गुड मॉर्निंग प्लस टू क्लास। बेटा नेक्स्ट टॉपिक जो आप करने लगे हैं, अपने टॉपिक का नाम है एडी करंट। एडी करंट और फुकाल्ट करंट। एडी करंट कहते हैं जाए तो फुकाल्ट करंट भी कहते हैं। तो एडी करंट की दिस इज द करंट induced in bulk piece of conductor when magnetic flux of coil is changed। ਜਦੋਂ ਕਿਸੇ ਵੀ ਕੋਇਲ ਦੀ ਕਿਸੇ ਵੀ ਕੰਡਕਟਿੰਗ ਸ਼ੀਟ ਦੀਆਂ ਮੈਗਨੈਟਿਕ ਫਲਕਸ ਚੇਂਜ ਹੋ ਜਾਂਦੀਆਂ ਤਾਂ ਜ਼ਿਆਦਾਤਰ ਜਿਹੜੇ ਅਮਾਉਂਟ ਦੇ ਵਿੱਚ ਦਾ ਇੰਡਿਊਸਡ ਦਿਸ ਇਜ਼ ਦਾ ਕਰੰਟ ਇੰਡਿਊਸਡ ਇਨ ਦ ਬਲਕ ਪੀਸ। ਬਲਕ ਦਾ ਮਤਲਬ ਜ਼ਿਆਦਾ ਅਮਾਉਂਟ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ। ਹੁਣ ਆਪਾਂ ਕੀ ਬੋਲਦੇ ਹਾਂ, ਇੰਡਿਊਸਡ ਕਰੰਟ ਔਰ ਸਿੰਪਲੀ ਐਡੀ ਕਰੰਟਸ। ਬੇਟਾ ਐਡੀ ਕਰੰਟਸ ਨੂੰ ਤਾਂ ਕਹਿੰਦੇ ਨੇ ਕਿਉਂਕਿ ਇਹਦੇ ਜਿਹੜਾ ਸ਼ੇਪ ਹੁੰਦਾ ਉਹ ਐਡੀਜ਼ ਵਰਗਾ ਹੁੰਦਾ ਹੈ। ਐਡੀਜ਼ ਕੀ ਹੁੰਦੀਆਂ ਨੇ, ਜਿਵੇਂ ਆਪਾਂ ਪਾਣੀ ਦੇ ਵਿੱਚ ਕੰਕਰ ਸਿੱਟਦੇ ਹਾਂ ਨਾ, ਤਾਂ ਪਾਣੀ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਜਿਹਨੂੰ ਆਪਾਂ ਵਰਲ ਕਹਿ ਦਿੰਦੇ ਆ। ਵਰਲਪੂਲ ਨਹੀਂ ਹੁੰਦਾ, ਵਰਲਪੂਲ ਵਾਸ਼ਿੰਗ ਮਸ਼ੀਨ। ਵਰਲ ਮਤਲਬ ਹੁੰਦਾ ਸਰਕੂਲਰ ਫਾਰਮ ਦੇ ਵਿੱਚ ਕਰੰਟ ਨੂੰ ਇੰਡਿਊਸ ਹੋਣਾ। ਜਦੋਂ ਕਰੰਟ ਤੁਹਾਡਾ ਇਸ ਫਾਰਮ ਦੇ ਵਿੱਚ ਇੰਡਿਊਸ ਹੋਊਗਾ ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਇੰਡਿਊਸ ਕਰੰਟ। ਠੀਕ ਹੈ। ਔਰ ਐਡੀ ਕਰੰਟਸ, ਕਿਉਂਕਿ ਐਡੀ ਨਾਮ ਦੇ ਸਾਇੰਟਿਸਟ ਨੇ ਸਭ ਤੋਂ ਪਹਿਲਾਂ ਇਹਦੀ ਗੱਲ ਕੀਤੀ ਸੀ, ਤਾਂ ਕਰਕੇ ਆਪਾਂ ਕੀ ਕਹਿ ਦਿੰਦੇ ਆ, ਐਡੀ ਕਰੰਟਸ। ਦੇਖੋ ਹੈ ਕੀ ਐਕਚੁਅਲੀ, ਮੰਨ ਲਓ ਮੇਰੇ ਕੋਲ ਇੱਕ ਪਲੇਟ, ਆਪਾਂ ਕੋਇਲ ਦੀ ਗੱਲ ਕਰਦੇ ਆਪਾਂ ਲੈ ਲਓ ਮੈਟਲ, ਕੋਈ ਵੀ ਮੈਟਲ ਸ਼ੀਟ ਹੈ। ਮੈਟਲ ਸ਼ੀਟ ਹੈ ਨਾ। ਮੈਟਲ ਕੀ ਹੁੰਦਾ ਬੇਟਾ, ਜਿਹਦੇ ਕੋਲ ਫ੍ਰੀ ਇਲੈਕਟ੍ਰੋਨ ਹੈ। ਧਿਆਨ ਰੱਖੋ ਨਾ, ਮੈਟਲ ਕੀ ਹੁੰਦਾ ਜਿਹਦੇ ਕੋਲ ਕੋਈ ਫ੍ਰੀ ਇਲੈਕਟ੍ਰੋਨਸ ਨੇ। ਹੁਣ ਜਦੋਂ ਆਪ ਇਹਦੇ ਨੇੜੇ ਆਪਾਂ ਸਪੋਜ਼ ਕਰੋ ਕੋਈ ਬਾਰ ਮੈਗਨੇਟ ਹੈ। ਬਾਰ ਮੈਗਨੇਟ ਨੂੰ ਪਤਾ ਕੀ ਹੁੰਦਾ, ਇਹਦਾ ਇੱਕ ਪੋਲ ਨਾਰਥ ਹੁੰਦਾ, ਇੱਕ ਪੋਲ ਸਾਊਥ ਹੁੰਦਾ, ਤੇ ਜਿਹੜੀ ਇਹਦੀ ਮੈਗਨੈਟਿਕ ਮੂਵਮੈਂਟ ਵੈਲਿਊ ਹੁੰਦੀ ਆ ਉਹ ਇਹ ਹੁੰਦਾ ਨਾ 2s। ਇਸ ਤਰ੍ਹਾਂ ਦਾ ਇੱਕ ਐਕਸਪੈਰੀਮੈਂਟ ਲਿਆ ਉਹਨੇ, ਇੱਕ ਮੈਟਲ ਦੀ ਸ਼ੀਟ ਲੈ ਲਈ, ਇੱਕ ਉਹਨੇ ਬਾਰ ਮੈਗਨੇਟ ਲੈ ਲਈ। ਤਾਂ ਉਹਨੇ ਵਿਦ ਦਿਸ ਹੈਲਪ ਆਫ ਦਿਸ ਬਾਰ ਮੈਗਨੇਟ ਉਹਨੇ ਇਸ ਸ਼ੀਟ ਦੀਆਂ ਮੈਗਨੈਟਿਕ ਫਲਕਸ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਇਹ ਕਹਿ ਲਓ ਵੀ ਉਹਨੇ ਇਸ ਬਾਰ ਮੈਗਨੇਟ ਦੀ ਹੈਲਪ ਨਾਲ ਦੇ ਵਿੱਚ ਇੰਡਿਊਸ ਕਰੰਟ ਜਨਰੇਟ ਕਰਨ ਦੀ ਕੋਸ਼ਿਸ਼ ਕੀਤੀ। ਦੈਨ ਵਾਟ ਵਿਲ ਹੈਪਨ, ਜਦੋਂ ਉਹ ਇਸ ਪਲੇਟ ਦੇ ਨੇੜੇ, ਮੰਨ ਲਓ ਮੈਂ ਦੁਬਾਰਾ ਤੋਂ ਮੈਟਲ ਪਲੇਟ ਸ਼ੀਟ ਬਣਾ ਲਈ, ਮੈਂ ਇਹ ਬਾਰ ਮੈਗਨੇਟ ਦੇ ਕੋਲ ਲੈ ਕੇ ਆਇਆ, ਤਾਂ ਤੁਹਾਨੂੰ ਪਤਾ ਹੈ ਜਿਹੜਾ ਬਾਰ ਮੈਗਨੇਟ ਦਾ ਨਾਰਥ ਪੋਲ ਲਾਈਨ ਐਮਿਟ ਕਰੂਗਾ, ਦੈਟ ਮੀਨ ਇਸ ਕੋਇਲ ਦੇ ਫਲਕਸ ਚੇਂਜ ਹੋ ਜਾਣਗੀਆਂ। ਤਾਂ ਰੂਲ ਇਹ ਕਹਿੰਦਾ E is equal to minus d5/dt will generated। ਜੇ ਫਲਕਸ ਚੇਂਜ ਹੋਣਗੇ ਤਾਂ ਕਰੰਟ ਜਨਰੇਟ ਹੋਊਗਾ, ਫੈਰਡੇ ਦਾ ਲਾ। ਤਾਂ ਬੇਟਾ ਜਿਹੜਾ ਇਹਦੇ ਵਿੱਚ ਫ੍ਰੀ ਇਲੈਕਟ੍ਰੋਨਸ ਹੋਣਗੇ, ਜਦੋਂ ਇਹ ਇਹਦੇ ਨੇੜੇ ਆਊਗਾ ਤਾਂ ਦੈਟ ਮੀਨਸ ਇਹ ਇੱਕ ਮੈਗਨੈਟਿਕ ਫੋਰਸ ਲਗਾਊਗਾ। ਆਪਣੇ ਪੜਿਆ ਹੋਇਆ ਨਾ F is equal to QV × B, ਤੁਹਾਡੇ ਯਾਦ ਹੈ। ਜਦੋਂ ਕੋਈ ਇਹਦੇ ਵਿੱਚ ਇਲੈਕਟ੍ਰੋਨ ਪਏ ਨੇ ਦੈਟ ਮੀਨਸ ਉਹ ਤਾਂ ਹੋ ਗਿਆ Q, ਮੈਗਨੈਟਿਕ ਫੀਲਡ ਇਹਨੇ ਜਨਰੇਟ ਕਰਤਾ, ਉਹ ਹੋ ਗਿਆ V। ਦੈਨ ਦੀ ਸਟਾਰਟ ਮੂਵਿੰਗ। ਤਾਂ ਜਦੋਂ ਇਹ ਮੂਵ ਕਰਨਗੇ ਤਾਂ ਕਰੰਟ ਜਨਰੇਟ ਕਰਨਗੇ, ਤੇ ਇਹਦੀ ਜਿਹੜੀ ਮੂਵਮੈਂਟ ਹੈ ਬੇਟਾ ਸਰਕੂਲਰ ਫਾਰਮ ਦੇ ਵਿੱਚ ਹੋਏਗੀ, ਜਸਟ ਲਾਈਕ ਐਡੀਸ। ਤਾਂ ਜਿਹੜਾ ਕਰੰਟ ਜਨਰੇਟ ਹੋਊਗਾ ਉਹਨੂੰ ਆਪਾਂ ਕੀ ਬੋਲਾਂਗੇ, ਐਡੀ ਕਰੰਟਸ। ਠੀਕ ਹੈ ਜੀ। ਤਾਂ ਕਰੰਟ ਜਨਰੇਟਡ ਇਜ਼ ਕਾਲਡ ਐਡੀ ਕਰੰਟ। ਤੇ ਜਿਹੜੀ ਉਸ ਐਡੀ ਕਰੰਟ ਦੀ ਡਾਇਰੈਕਸ਼ਨ ਹੈ ਉਹ ਆਪਾਂ ਨੂੰ ਲੈਂਜਸ ਰੂਲ ਨੇ ਦੱਸ ਚੁੱਕਿਆ ਆਲਰੇਡੀ। ਲੈਂਜਸ ਰੂਲ ਕੀ ਕਹਿੰਦਾ ਹੈ, ਜਿਹੜਾ ਇਹ ਤੁਹਾਡਾ ਐਡੀ ਕਰੰਟ ਹੈ that will be in opposing the changing flux। ਫਲਕਸ ਨੂੰ ਕੀ ਕਰੂ, ਉਹ ਅਪੋਜ਼ ਕਰੂਗਾ। ਅਪੋਜ਼ ਕਰਨ ਦਾ ਕੀ ਮਤਲਬ ਹੈ ਵੀ ਜਿੱਧਰ ਜੇ ਫਲਕਸ ਵਧ ਰਿਹਾ ਤੁਹਾਡਾ ਐਡੀ ਕਰੰਟ ਫਲਕਸ ਨੂੰ ਘਟਾਊਗਾ, ਜੇ ਫਲਕਸ ਤੁਹਾਡੇ ਘਟ ਰਹੀ ਹੈ ਤਾਂ ਐਡੀ ਕਰੰਟ ਤੁਹਾਡਾ ਫਲਕਸ ਨੂੰ ਵਧਾਊਗਾ। ਉਹਦੀ ਡਾਇਰੈਕਸ਼ਨ ਸੇਮ ਹੈ ਨਾ। ਜੇ ਆਪਾਂ ਫਾਈਂਡ ਕਰਨਾ ਹੋਵੇ ਦੇਖੋ ਬੇਟੋ ਐਂ ਫਾਈਂਡ ਕਰ ਸਕਦੇ ਆਪਾਂ। ਫਾਈ ਤੁਹਾਡੇ ਕੋਲ ਇਹ ਹੋ ਗਿਆ। ਜੇ ਮੈਂ I ਦੀ ਗੱਲ ਕਰਾਂ, I ਤੁਹਾਡੇ ਕੋਲ E/R ਬਣ ਜਾਏਗਾ ਉਹ ਲਾ ਦੇ ਅਕੋਰਡਿੰਗ। ਤਾਂ ਤੁਹਾਡੇ ਕੋਲ I ਦੀ ਵੈਲਿਊ ਕਿੰਨੀ ਬਣ ਜਾਏਗੀ, ਇੱਥੇ E ਦੀ ਵੈਲਿਊ ਪੁੱਟ ਕਰ ਦੋ, -d5/dt/R। ਤੇ ਇੱਥੋਂ ਆਪਾਂ ਇੰਡਿਊਸ ਕਰੰਟ ਵੀ ਕੀ ਹੈ ਉਹ, ਜਾਂ ਐਡੀ ਕਰੰਟ ਵੀ ਕੀ ਹੈ, ਫਾਈਂਡ ਕਰ ਸਕਦੇ ਹਾਂ। ਤਾਂ ਇਸੇ ਚੀਜ਼ ਨੂੰ ਉਹਨੇ ਐਡੀ ਕਰੰਟ ਕਿਹਾ। ਤੇ ਇਹਦਾ ਇੱਕ ਜਿਹੜਾ ਡਿਸਐਡਵਾਂਟੇਜ ਹੈ ਕੀ ਹੈ, ਇਹ ਆਪਣੇ ਇਹਦੇ ਐਡਵਾਂਟੇਜ ਵੀ ਨੇ ਡਿਸਐਡਵਾਂਟੇਜ ਵੀ ਨੇ। ਇਹ ਜਿਵੇਂ ਆਪਾਂ ਪੜ੍ਹਦੇ ਹੁੰਦੇ ਆ ਨਾ ਵੀ ਫ੍ਰਿਕਸ਼ਨ ਆਪਣੇ ਮੋਸ਼ਨ ਨੂੰ ਅਪੋਜ਼ ਕਰਦਾ, ਤਾਂ ਇਹਦਾ ਜਿਹੜਾ ਕੰਮ ਹੁੰਦਾ ਆਪਣੇ ਕਰੰਟ ਨੂੰ ਅਪੋਜ਼ ਕਰਨਾ ਹੁੰਦਾ। ਇਹ ਚੀਜ਼ ਉਹਨੇ ਇੱਕ ਐਕਸਪੈਰੀਮੈਂਟ ਰਾਹੀਂ ਪ੍ਰੂਵ ਕੀਤੀ। ਉਹ ਕਹਿੰਦਾ ਸਪੋਜ਼ ਕਰੋ ਆਹ ਇੱਕ ਮੈਗਨੇਟ ਹੈ, ਇਲੈਕਟ੍ਰੋਮੈਗਨੇਟ ਹੈ, ਇਹਦੇ ਵਿੱਚ ਉਹਨੇ ਇੱਕ ਪੈਂਡੂਲਮ ਲਟਕਾ ਕੇ ਦੇਖਿਆ। ਪੈਂਡੂਲਮ ਹੈ, ਠੀਕ ਹੈ। ਸਪੋਜ਼ ਕਰੋ ਅਜੇ ਇਲੈਕਟ੍ਰੋਮੈਗਨੈਟਿਕ ਜਿਹੜਾ ਇਲੈਕਟ੍ਰੋਮੈਗਨੇਟ ਹੈ ਇਹ ਆਫ ਪੋਜੀਸ਼ਨ ਦੇ ਵਿੱਚ ਹੈ, ਅਜੇ ਆਪਾਂ ਇਲੈਕਟ੍ਰੋਮੈਗਨੇਟ ਔਨ ਨਹੀਂ ਕੀਤਾ। ਤਾਂ ਕੋਇਲ ਨੂੰ ਸਪੋਜ਼ ਕਰੋ ਇਸ ਪੈਂਡੂਲਮ ਨੂੰ ਮੈਂ ਆਕਸੀਲੇਟ ਕਰਤਾ, he start oscillating from mean to extreme and extreme to mean।
इस तरह ऑक्सीडेट करता रहूगा, ठीक है। बट एज जो ही मैं ਇਹਨੂੰ ਇਲੈਕਟ੍ਰਿਕ ਫੀਲਡ ਨੂੰ ਜਾਂ ਮੈਗਨੈਟਿਕ ਫੀਲਡ ਨੂੰ ਔਨ ਕਰਤਾ ਤਾਂ ਤੁਸੀਂ ਦੇਖੋਗੇ ਕਿ ਜਿਹੜਾ ਇਹਦਾ ਮੋਸ਼ਨ ਹੈ ਉਹ ਸਲੋ ਡਾਊਨ ਹੋਣਾ ਸ਼ੁਰੂ ਹੋ ਜਾਊਗਾ। ਕਿਉਂ? ਦੇਖੋ ਜਦੋਂ ਇੱਕ ਕੋਇਲ ਪੈਂਡੂਲਮ ਹੈ ਜਿਹੜਾ ਇਹ ਵੀ ਕਿਸੇ ਨਾ ਕਿਸੇ ਮੈਟਲ ਦੀ ਬਣਿਆ ਹੈ ਨਾ, ਬੌਬ ਹੈ ਜਿਹੜਾ, ਇਹਦੇ ਫਲਕਸ ਸਟਾਰਟਿੰਗ ਦੇ ਵਿੱਚ 0 ਸੀ ਜਦੋਂ ਆਪਾਂ ਮੈਗਨੇਟ ਔਨ ਨਹੀਂ ਕੀਤਾ, ਮੈਗਨੈਟਿਕ ਫੀਲਡ ਔਨ ਨਹੀਂ ਕੀਤਾ। ਜਿਵੇਂ ਹੀ ਮੈਗਨੈਟਿਕ ਫੀਲਡ ਔਨ ਕੀਤਾ ਤਾਂ ਇਹਦੇ ਵਿੱਚ ਇਹਦੇ ਫਲਕਸ ਇਨਕਰੀਜ਼ ਹੋ ਗਈਆਂ, ਫਲਕਸ ਇਨਕਰੀਜ਼ ਹੋ ਗਈਆਂ ਤਾਂ E ਜਨਰੇਟ ਹੋ ਗਿਆ, E ਜਨਰੇਟ ਹੋ ਗਿਆ ਤਾਂ ਦੈਟ ਮੀਨਸ I ਜਨਰੇਟ ਹੋ ਗਿਆ, ਇੰਡਿਊਸ ਕਰੰਟ ਜਾਂ ਐਡੀ ਕਰੰਟ। ਤੇ ਉਹਨੇ ਕੀ ਕੀਤਾ, ਜੇ ਮੈਗਨੈਟਿਕ ਫਲਕਸ ਇੱਧਰ ਵੱਧ ਰਹੀਆਂ ਤਾਂ ਉਹਦੀ ਡਾਇਰੈਕਸ਼ਨ ਇੱਧਰ ਸੀ ਤਾਂ ਕਿ ਉਹ ਫਲਕਸ ਨੂੰ ਘਟਾਵੇ। ਉਹਨੇ ਇਹਦੇ ਮੋਸ਼ਨ ਨੂੰ ਕੀ ਕੀਤਾ, ਅਪੋਜ਼ ਕੀਤਾ। ਇਸੇ ਅਪੋਜ਼ਿੰਗ ਮੋਸ਼ਨ ਕਰਕੇ ਹੀ ਕੀ ਹੁੰਦਾ ਹੈ ਹਾਂ, ਇਹਦਾ ਮਤਲਬ ਆਪਣਾ ਲਾਸ ਆਫ ਕਰੰਟ ਕਰ ਰਹੇ, ਲਾਸ ਆਫ ਮੈਗਨੇਟ, ਆਪਾਂ ਨੂੰ ਜ਼ਿਆਦਾ ਵਰਕ ਕਰਨਾ ਪਏਗਾ ਇਹਨੂੰ ਆਕਸੀਡੇਟ ਕਰਨ ਲਈ। ਇਸ ਤਰ੍ਹਾਂ ਕਹਿ ਸਕਦੇ ਕਿ ਇਹਦੇ ਆਪਣੇ ਲਈ ਕੀ ਨੇ, ਡਿਸਐਡਵਾਂਟੇਜ ਨੇ। ਇਹਦੇ ਡਿਸਐਡਵਾਂਟੇਜ ਦੀ ਹੋਰ ਗੱਲ ਕਰ ਲਈਏ ਨਾ, ਵੀ ਐਡੀ ਕਰੰਟ ਦਾ ਡਿਸਐਡਵਾਂਟੇਜ ਹੋਰ ਕੀ ਨੇ। ਇੱਕ ਆਪਾਂ ਗੱਲ ਕਰੀਏ ਟਰਾਂਸਫਾਰਮਰ ਕੋਇਲ ਦੀ। ਦੇਖੋ ਟਰਾਂਸਫਾਰਮਰ ਦਾ ਜਿਹੜਾ ਕੋਇਲ ਹੁੰਦਾ ਹੈ ਨਾ, ਟਰਾਂਸਫਾਰਮਰ ਤੁਸੀਂ ਮੇਬੀ 9th 10th ਪੜਿਆ ਹੋਏਗਾ ਜਾਂ ਆਪਾਂ ਇਸ ਚ ਪੜ ਲਾਂਗੇ ਟਰਾਂਸਫਾਰਮਰ ਕੀ ਹੁੰਦਾ ਨਾ। ਟਰਾਂਸਫਾਰਮਰ ਦੇ ਵਿੱਚ ਕੀ ਹੁੰਦਾ, ਇੱਕ ਆਰਮੇਚਰ ਲਗਾਉਣੇ ਆਪਾਂ ਜਾਂ ਪ੍ਰਾਇਮਰੀ ਕੋਇਲ ਸੈਕੰਡਰੀ ਕੋਇਲ ਦੀ ਗੱਲ ਕਰਦੇ ਆ ਤਾਂ ਜਦੋਂ ਉਸ ਤਰ੍ਹਾਂ ਕੋਇਲਿੰਗ ਦੀ ਗੱਲ ਹੁੰਦੀ ਹੈ ਇਹਦੇ ਵਿੱਚ ਨਾ, ਇਸ ਤਰ੍ਹਾਂ ਇੱਧਰ ਆਪਾਂ ਕਰੰਟ ਦਿੰਨੇ ਆ, ਇੱਧਰ ਆਪਣੇ ਕੋਲ ਇੰਡਿਊਸ ਕਰੰਟ ਜਨਰੇਟ ਹੋ ਜਾਂਦਾ। ਤਾਂ ਜਦੋਂ ਆਪਾਂ ਕਰੰਟ ਦਿੰਨੇ ਆ ਤਾਂ ਇਹ ਕੋਇਲਾਂ ਕਾਹਦੇ ਬਣੀ ਹੈ, ਮੈਗਨੇਟ ਦੀ ਬਣੀ, ਸੌਫਟ ਆਇਰਨ ਦੀ ਬਣੀ ਹੈ ਨਾ। ਤਾਂ ਜਦੋਂ ਇਹਦੀ ਫਲਕਸ ਚੇਂਜ ਹੋ ਜਾਣਗੀਆਂ, ਫਲਕਸ ਚੇਂਜ ਹੋ ਗਏ ਤਾਂ ਇਹ ਚ ਕੀ ਹੋ ਜਾਊਗਾ, ਇੰਡਿਊਸ ਕਰੰਟ ਜਨਰੇਟ ਹੋ ਜਾਊਗਾ। ਇੰਡਿਊਸ ਕਰੰਟ ਜਨਰੇਟ ਹੋਊਗਾ ਤਾਂ ਉਹ ਕੀ ਕਰੂਗਾ, ਆਪਣੇ ਕਰੰਟ ਨੂੰ ਕੀ ਹੈ, ਘਟਾਊਗਾ। ਘਟਾਉਣ ਦਾ ਮਤਲਬ ਕੀ ਹੈ, ਉਹ ਇਹਦੀ ਵੈਲਿਊ ਡਿਕਰੀਜ਼ ਕਰ ਦੂਗਾ। ਤਾਂ ਤੁਹਾਨੂੰ ਇਹ ਵੀ ਪਤਾ ਹੈ ਜਿਹੜਾ ਚਾਰਜ ਹੈ ਜਾਂ ਕਰੰਟ ਹੈ ਕਿ ਨਾਈਦਰ ਬੀ ਕ੍ਰੀਏਟਡ ਨੋਰ ਬੀ ਡਿਸਟਰੋਇਡ, ਉਹ ਕਰੰਟ ਨੂੰ ਕਾਹ ਚ ਕਨਵਰਟ ਕਰੀ ਚੱਲੂਗਾ ਅੱਗੇ, ਹੀਟ ਦੇ ਵਿੱਚ, ਹਨਾ, ਹੀਟ ਜਨਰੇਟ ਕਰੂਗਾ ਤੇ ਆਪਣਾ ਆਪਰੇਟਸ ਕੀ ਹੈ, ਡੈਮੇਜ ਹੋਣ ਦਾ ਡਰ ਰਹਿੰਦਾ। ਠੀਕ ਹੈ, ਇਸ ਤਰ੍ਹਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਆਪਣੇ ਲਈ ਜਿਹੜਾ ਐਡੀ ਕਰੰਟ ਹੈ ਉਹ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ। ਐਡੀ ਕਰੰਟ ਕੀ ਹੈ, ਜਿੰਨਾ ਜ਼ਿਆਦਾ ਹੋਊਗਾ ਉਹਨਾਂ ਐਡੀ ਕਰੰਟਸ ਨੂੰ ਕੀ ਆਪਣੇ ਲਾਸ ਆਫ એનર્ਜੀ ਜ਼ਿਆਦਾ ਹੋਏਗਾ, ਹੀਟਿੰਗ ਇਫੈਕਟ ਜ਼ਿਆਦਾ ਜਨਰੇਟ ਹੋਊਗਾ। ਦੈਟਸ ਵਾਈ ਐਡੀ ਕਰੰਟ ਸ਼ੁੱਡ ਬੀ ਮਿਨੀਮਮ ਟੂ ਮਿਨੀਮਮ। ਤਾਂ ਨੈਕਸਟ ਇਹਦੇ ਵਿੱਚ ਕੀ ਹੈ, ਹਾਊ ਵੀ ਮਿਨੀਮਾਈਜ਼ ਐਡੀ ਕਰੰਟ। ਐਡੀ ਕਰੰਟ ਨੂੰ ਮਿਨੀਮਾਈਜ਼ ਕਿਵੇਂ ਕਰ ਸਕਦੇ, ਇਹਦੇ ਬੇਟਾ ਦੋ ਮੈਥਡ ਦੀ ਗੱਲ ਕਰਾਂਗੇ। ਇੱਕ ਤਾਂ ਆਪਾਂ ਜਿਹੜੀ ਵੀ ਕੋਰ ਦੀ ਗੱਲ ਕਰਾਂਗੇ, ਜਿਹੜੀ ਵੀ ਮੈਗਨੇਟ ਸ਼ੀਟ ਦੀ ਗੱਲ ਕਰਾਂਗੇ ਜਾਂ ਮੈਟਲ ਸ਼ੀਟ ਦੀ ਗੱਲ ਕਰਾਂਗੇ, ਉਹਦੇ ਉੱਪਰ ਆਪਾਂ ਵਾਰਨਿਸ਼, ਜਿਵੇਂ ਆਪਾਂ ਕੋਰਿਜ਼ਨ ਦੀ ਗੱਲ ਕਰਦੇ ਹੁੰਦੇ ਨਾ, ਕੋਰਿਜ਼ਨ ਨੂੰ ਰੋਕਣ ਲਈ ਆਪਾਂ ਉਹਦੇ ਉੱਪਰ ਪੇਂਟ ਦੀ ਲੇਅਰ ਫਾਰਮ ਕਰ ਦਿੰਦੇ ਆ ਤੇ ਇਹਦੇ ਉੱਪਰ ਵਾਰਨਿਸ਼ ਦੀ ਲੇਅਰ ਚੜਾ ਦਿੰਦੇ ਆ। ਠੀਕ ਹੈ, ਤਾਂ ਜਿਹੜੀ ਵੀ ਕੋਰ ਦੀ ਗੱਲ ਹੋਊਗੀ ਉਹਨੂੰ ਕੀ ਕਰਾਂਗੇ ਆਪਾਂ, ਵਾਰਨਿਸ਼ ਕਰ ਦਾਂਗੇ। ਤਾਂ ਉਹ ਜਿਹੜੀ ਸ਼ੀਟ ਬਣ ਗਈ ਆਫਟਰ ਵਾਰਨਿਸ਼ਿੰਗ, ਉਹਨੂੰ ਆਪਾਂ ਕੀ ਬੋਲਾਂਗੇ, ਲੈਮੀਨੇਟਡ ਸ਼ੀਟਸ। ਕੀ ਬੋਲਾਂਗੇ, ਲੈਮੀਨੇਟਡ ਸ਼ੀਟ। ਦੈਟ ਮੀਨਸ ਆਪਾਂ ਸ਼ੀਟ ਨੂੰ ਲੈਮੀਨੇਟ ਕਰਕੇ ਐਡੀ ਕਰੰਟ ਦੀ ਅਮਾਉਂਟ ਨੂੰ ਕੀ ਹੈ, ਘਟਾ ਸਕਦੇ। ਦੂਸਰਾ ਮੈਥਡ ਹੈ ਬਾਈ ਚੇਂਜਿੰਗ ਏਰੀਆ ਜਾਂ ਕਹ ਲਓ ਬਾਈ ਰਿਡਿਊਸਿੰਗ ਏਰੀਆ। ਇੱਕ ਹੋਰ ਮੈਥਡ ਹੈ ਬੇਟਾ ਜਿਹਦੇ ਨਾਲ ਆਪਾਂ ਘਟਾ ਸਕਦੇ, ਜਿਵੇਂ ਸਪੋਜ਼ ਕਰੋ ਜੇ ਆਪਾਂ ਐਡੀ ਕਰੰਟ ਘਟਾ ਸਕਦੇ, ਮੰਨ ਲਓ ਇਸ ਤਰ੍ਹਾਂ ਦਾ ਟਰਾਂਸਫਾਰਮਰ ਦੇ ਵਿੱਚ ਇਸ ਤਰ੍ਹਾਂ ਦੀ ਕੋਇਲ ਰੱਖੀ ਹੈ, ਤਾਂ ਇਸ ਕੋਇਲ ਦੇ ਮੈਕਸਿਮਮ ਫਲਕਸ ਚੇਂਜ ਜਾ ਰਹੀ ਹੈ ਇਹਦੇ ਵਿੱਚੋਂ। ਤਾਂ ਜਿੰਨਾ ਏਰੀਆ ਆਫ ਕੋਇਲ ਜ਼ਿਆਦਾ ਕੰਟੈਕਟ 'ਚ ਹੋਊਗਾ ਫਲਕਸ 'ਚ, ਉਹਨਾਂ ਤੁਹਾਡਾ ਇੰਡਿਊਸ ਕਰੰਟ ਜ਼ਿਆਦਾ ਹੋਊਗਾ, ਉਹਨਾਂ ਐਡੀ ਕਰੰਟ ਜ਼ਿਆਦਾ ਜਨਰੇਟ ਹੋਊਗਾ। ਤਾਂ ਇਹਨੂੰ ਆਪਾਂ ਕਿਵੇਂ ਕਰ ਸਕਦੇ ਹਾਂ, ਜਿਹੜੀ ਵੀ ਕੋਇਲ ਹੈ ਉਹਨੂੰ ਪਾਰਟਸ ਡਿਵਾਈਡ ਕਰੋ, ਇਸ ਤਰ੍ਹਾਂ ਕਰੋ। ਕੋਇਲ ਦੇ ਕੀ ਕਰੋ, ਪਾਰਟਸ ਕਰ ਲਓ। ਪਾਰਟਸ ਕਰ ਲਓ ਤਾਂ ਏਰੀਆ ਆਫ ਕੰਟੈਕਟ ਘਟ ਜੂਗਾ, ਏਰੀਆ ਆਫ ਕੰਟੈਕਟ ਘਟ ਜੂਗਾ, ਤੁਹਾਡਾ ਐਡੀ ਕਰੰਟ ਵੀ ਰਿਡਿਊਸ ਹੋ ਜੂਗਾ। ਕਿਉਂਕਿ ਆਪਾਂ ਨੂੰ ਪਤਾ ਹੈ φ = b.a ਹੁੰਦਾ ਹੈ। ਏਰੀਆ ਘਟ ਗਿਆ ਤਾਂ ਫਲਕਸ ਚੇਂਜ ਘਟ ਜਾਣਗੀਆਂ, ਫਲਕਸ ਚੇਂਜ ਘਟ ਜਾਣਗੀਆਂ ਤਾਂ ਇੰਡਿਊਸ ਕਰੰਟ ਵੀ ਘਟ ਜੂਗਾ, ਤੇ ਜੇ ਇੰਡਿਊਸ ਕਰੰਟ ਘਟ ਗਿਆ ਤਾਂ ਆਪਣਾ ਐਡੀ ਕਰੰਟ ਆਟੋਮੈਟਿਕਲੀ ਰਿਡਿਊਸ ਹੋ ਗਿਆ ਨਾ। ਇਸ ਮੈਥਡ ਨਾਲ ਆਪਾਂ ਕੀ ਐਡੀ ਕਰੰਟ ਨੂੰ ਕੀ ਹੈ, ਰਿਡਿਊਸ ਕਰ ਸਕਦੇ ਹਾਂ। ਠੀਕ ਹੈ ਬੇਟਾ। ਨੈਕਸਟ ਇਹ ਯੂਜ਼ ਕਿੱਥੇ ਕਰਦੇ, ਇਹਦਾ ਹੋ ਗਿਆ ਡਿਸਐਡਵਾਂਟੇਜ, ਹੈ ਨਾ, ਵੀ ਇਹ ਆਪਣੇ ਮੋਸ਼ਨ ਨੂੰ ਅਪੋਜ਼ ਕਰਦਾ, ਆਪਣੇ ਕਰੰਟ ਨੂੰ ਘਟਾਉਂਦਾ ਤਾਂ ਕਰਕੇ, ਜਾਂ ਕਹ ਲਓ ਹੀਟਿੰਗ ਇਫੈਕਟ ਜਨਰੇਟ ਕਰਦਾ ਤਾਂ ਕਰਕੇ ਐਡੀ ਕਰੰਟ ਸ਼ੁੱਡ ਬੀ ਮਿਨੀਮਮ ਇਨ ਦਾ ਸਰਕਿਟ। ਬਟ ਇਹਦੇ ਐਡਵਾਂਟੇਜ ਕੀ ਨੇ, ਇਹਦੇ ਕੁਝ ਐਡਵਾਂਟੇਜ ਵੀ ਨੇ ਜਿੱਥੇ ਆਪਾਂ ਨੂੰ ਯੂਜ਼ ਕਰਦੇ ਹਾਂ। ਫਸਟ ਹੈ ਇਨ ਮੀਟਰ,
ਜਿਹੜਾ ਤੁਸੀਂ ਨੋਟ ਕੀਤਾ ਹੋਵੇਗਾ ਆਪਣੇ ਪਾਵਰ ਸਪਲਾਈ ਵਾਲਾ ਮੀਟਰ ਲੱਗਿਆ ਹੁੰਦਾ ਘਰੇ, ਉਹਦੇ ਵਿੱਚ ਇੱਕ ਚੀਜ਼ ਨਾ ਰੋਟੇਟ ਕਰਦੀ ਰਹਿੰਦੀ ਹੈ। ਅੱਜ ਕੱਲ੍ਹ ਤਾਂ ਚਲੋ ਬਿਜਲੀ ਵਾਲੇ ਦੂਸਰੇ ਮੀਟਰ ਆਉਣ ਲਾਈਟਿੰਗ ਵਾਲੇ, ਪਹਿਲਾਂ ਇੱਕ ਕੋਇਲ ਰੋਟੇਟ ਕਰਦੀ ਰਹਿੰਦੀ, ਤੁਸੀਂ ਨੋਟ ਕਰੋਗੇ ਜਿਹਦੇ ਪੁਰਾਣੇ ਮੀਟਰ ਲੱਗੇ ਹੋਣਗੇ, ਇੱਕ ਰੈੱਡ ਜੀ ਲਾਈਨ ਕਹਿ ਲਓ, ਰੈੱਡ ਵਾਈਟ ਜੀ ਲਾਈਨ ਕਹਿ ਲਓ, ਉਹ ਲਗਾਤਾਰ ਮੂਵ ਕਰਦੀ ਰਹਿੰਦੀ ਹੈ। ਉਹ ਕੀ ਹੈ, ਉਹ ਐਕਚੁਅਲ ਜਦੋਂ ਹੀ ਤੁਹਾਡਾ ਮੈਗਨੈਟਿਕ ਫਲਕਸ ਚੇਂਜ ਹੁੰਦੀ ਹੈ ਤਾਂ ਉਹ ਇੰਡਿਊਸ ਕਰੰਟ ਦੀ ਰੀਡਿੰਗ ਨੋਟ ਕਰਦਾ ਰਹਿੰਦਾ ਹੈ ਨਾ, ਉਹ ਕਿੰਨੀ ਮਤਲਬ ਰੀਡਿੰਗ ਹੋਗੀ, ਇੱਥੇ ਰੀਡਿੰਗ ਨੋਟ ਹੁੰਦੀ ਰਹਿੰਦੀ ਹੈ। ਤਾਂ ਇੱਥੇ ਆਪਾਂ ਕੀ ਯੂਜ਼ ਕਰਦੇ ਹਾਂ, ਤੁਹਾਡੇ ਕੋਲ ਜਿਹੜੀ ਉਹ ਮੈਟਲ ਡਿਸਕ ਬੇਟਾ ਰੋਟੇਟ ਕਰਦੀ ਹੈ, ਉਹ ਕਾਹਦੇ ਕਰਕੇ ਰੋਟੇਟ ਕਰਦੇ, ਡਿਊ ਟੂ ਪ੍ਰੋਡਕਸ਼ਨ ਆਫ ਐਡੀ ਕਰੰਟਸ। ਜਦੋਂ ਆਪਾਂ ਕਰੰਟ ਆਪਣਾ ਆਨ ਹੋਊਗਾ ਤਾਂ ਉਹਦੀਆਂ ਮੈਗਨੈਟਿਕ ਫਲਕਸ ਚੇਂਜ ਹੋ ਜਾਣਗੀਆਂ, ਮੈਗਨੈਟਿਕ ਫਲਕਸ ਚੇਂਜ ਹੋਣ ਨਾਲ ਤੁਹਾਡੇ ਕੋਲ ਐਡੀ ਕਰੰਟ ਪ੍ਰੋਡਿਊਸ ਹੋ ਜਾਊਗਾ, ਤੇ ਐਡੀ ਕਰੰਟ ਕਿਸ ਫਾਰਮ ਚ ਬੇਟਾ ਪ੍ਰੋਡਿਊਸ ਹੁੰਦਾ ਹੁੰਦਾ ਹਮੇਸ਼ਾ ਇਸ ਤਰ੍ਹਾਂ ਸਰਕੂਲਰ ਫਾਰਮ ਚ, ਵਿਰਲ ਫਾਰਮ ਚ ਕਹਿ ਲਓ, ਜਾਂ ਸਪਰਿੰਗ ਫਾਰਮ ਚ ਕਹਿ ਲਓ, ਜਾਂ ਐਡੀਸ ਫਾਰਮ ਚ ਕਹਿ ਲਓ, ਹਨਾ। ਤਾਂ ਇਹ ਉੱਥੇ ਆਪਾਂ ਕੀ ਯੂਜ਼ ਕਰ ਸਕਦੇ ਹਾਂ, ਜਦੋਂ ਦੇਖੋ ਜਿਹੜਾ ਏਸੀ ਕਰੰਟ ਜਾਊਗਾ ਉਹਦੇ ਨਾਲ ਫੀਲਡ ਚੇਂਜ ਹੋ ਜਾਊਗਾ, ਫੀਲਡ ਚੇਂਜ ਹੋ ਜਾਊਗਾ ਤਾਂ ਐਡੀ ਕਰੰਟ ਪ੍ਰੋਡਿਊਸ ਹੋ ਜਾਊਗਾ, ਤੇ ਉਹ ਐਡੀ ਕਰੰਟਸ ਜਿਹੜੀ ਅਪੀਅਰੈਂਸ ਆਪਾਂ ਨੂੰ, ਉਹ ਜਿਹੜੀ ਮੀਟਰ ਦੇ ਵਿੱਚ ਇੱਕ ਸ਼ਾਈਨੀ ਡਿਸਕ ਹੁੰਦੀ ਹੈ ਉਹ ਘੁੰਮਦੀ ਨਜ਼ਰ ਆਉਂਦੀ ਹੈ, ਉਹ ਆਪਣੇ ਕੋਲ ਐਡੀ ਕਰੰਟ ਦੇ ਬਾਰੇ ਦੱਸਦੀ ਹੈ ਨਾ। ਸੈਕੰਡ ਜਿਹੜੀ ਇਹਦੀ ਐਪਲੀਕੇਸ਼ਨ ਆ ਉਹ ਹੈ ਇੰਡਕਸ਼ਨ ਫਰਨਾਸ, ਜਿਹਨੂੰ ਬੇਟਾ ਇਹ ਇੰਡਕਸ਼ਨ ਫਰਨਾਸ ਕਿੱਥੇ ਯੂਜ਼ ਕਰਦੇ ਆ, ਜਿਹੜੀ ਮੈਟਲ ਓਰ ਹੁੰਦੀ ਹੈ, ਇੰਪਿਓਰ ਮੈਟਲ ਕਹਿ ਲਓ, ਹਨਾ, ਉਹਦੇ ਵਿੱਚੋਂ ਪਿਓਰ ਮੈਟਲ ਨੂੰ ਐਕਸਟ੍ਰੈਕਟ ਕਰਨ ਲਈ ਆਪਾਂ ਉਸ ਅਲੋਏ ਨੂੰ, ਉਸ ਇੰਪਿਓਰ ਮਿਕਸਚਰ ਨੂੰ, ਓਰ ਨੂੰ ਆਪਾਂ ਕਾਹਦੇ ਵਿੱਚ ਫਿਲ ਕਰਦੇ ਹਾਂ, ਉਸ ਇੰਡਕਸ਼ਨ ਫਰਨਾਸ ਦੇ ਰੱਖ ਦਿੰਦੇ ਹਾਂ। ਕੁਝ ਟਾਈਮ ਬਾਅਦ ਉਹਦੇ ਵਿੱਚ ਪਿਓਰ ਮੈਟਲ ਮੈਲਟ ਹੋ ਕੇ ਅਲੱਗ ਹੋ ਜਾਂਦੀ ਹੈ ਨਾ, ਤਾਂ ਉਹ ਇੰਡਕਸ਼ਨ ਫਰਨਾਸ ਦੇ ਵਿੱਚ ਵੀ ਆਪਾਂ ਕਿਹੜਾ ਮੈਥਡ ਯੂਜ਼ ਕਰਦੇ ਹਾਂ, ਐਡੀ ਕਰੰਟਸ, ਹੈ ਨਾ। ਇਹਦੇ ਵਿੱਚ ਬੇਟਾ ਆਪਾਂ ਹਾਈ ਫ੍ਰੀਕੁਐਂਸੀ ਲਿਖਣ ਲੱਗੇ ਇੱਥੇ, ਇੰਡਕਸ਼ਨ ਫਰਨਾਸ ਦੇ ਵਿੱਚ ਕੀ ਕਰਦੇ ਆਪਾਂ, ਹਾਈ ਫ੍ਰੀਕੁਐਂਸੀ ਵਾਲਾ ਏਸੀ ਕਰੰਟ ਦਿੰਦੇ ਆ। ਜੇ ਹਾਈ ਫ੍ਰੀਕੁਐਂਸੀ ਵਾਲਾ ਏਸੀ ਕਰੰਟ ਦੇਵਾਂਗੇ ਦੈਨ ਉਹਦੀਆਂ ਫਲਕਸ ਚੇਂਜ ਹੋ ਜਾਣਗੀਆਂ, ਜਾਂ ਕਹਿ ਲਓ ਐਡੀ ਕਰੰਟ ਜਨਰੇਟ ਹੋਏਗਾ। ਤੇ ਆਪਾਂ ਹੁਣੀ ਪੜ੍ਹ ਕੇ ਹਟੇ ਆ, ਜੇ ਐਡੀ ਕਰੰਟ ਜਿੱਥੇ ਜ਼ਿਆਦਾ ਹੁੰਦਾ ਉੱਥੇ ਹੀਟਿੰਗ ਇਫੈਕਟ ਵੀ ਜ਼ਿਆਦਾ ਹੁੰਦਾ, ਠੀਕ ਹੈ। ਤਾਂ ਇਹਦਾ ਦੈਟ ਮੀਨਸ ਆਪਾਂ ਇਹ ਕਹਿ ਸਕਦੇ ਹਾਂ, ਇਹ ਐਡੀ ਕਰੰਟ ਕਰਕੇ ਜਿਹੜਾ ਇੰਡਕਸ਼ਨ ਫਰਨਾਸ ਹੈ ਉਹਦਾ ਟੈਂਪਰੇਚਰ ਰਾਈਜ਼ ਹੋ ਜਾਂਦਾ ਹੈ। ਜੇ ਟੈਂਪਰੇਚਰ ਰਾਈਜ਼ ਹੋ ਜਾਂਦਾ ਤਾਂ ਆਪਣੇ ਕੋਲ ਜਿਹੜੀ ਪਿਓਰ ਮੈਟਲ ਹੈ ਉਹ ਮੈਲਟ ਹੋ ਕੇ ਅਲੱਗ ਹੋ ਜਾਂਦੀ ਹੈ। ਤੀਸਰਾ ਬੇਟਾ ਜਿਹੜਾ ਮੈਥਡ ਉਹ ਹੈ ਮੈਗਨੈਟਿਕ ਬ੍ਰੇਕਸ। ਮੇਨਲੀ ਇਹ ਬੇਟਾ ਟ੍ਰੇਨ ਦੀ ਗੱਲ ਕਰ ਰਹੇ ਆਪਾਂ, ਜਿਹਨੇ ਇਲੈਕਟ੍ਰਿਸਿਟੀ ਨਾਲ ਚੱਲਣ ਵਾਲੀ ਟ੍ਰੇਨ ਹੁੰਦੀ ਹੈ ਨਾ, ਇਲੈਕਟ੍ਰਿਕ ਪਾਵਰ ਟ੍ਰੇਨ ਦੀ ਗੱਲ ਕਰਨੇ ਮੈਂ, ਇਲੈਕਟ੍ਰਿਕ ਪਾਵਰ ਟ੍ਰੇਨ ਦੀ ਗੱਲ ਕਰ ਰਹੇ ਹਾਂ। ਇਹ ਜਿਹੜੀ ਇਲੈਕਟ੍ਰਿਕ ਪਾਵਰ ਟ੍ਰੇਨ ਨੇ ਬੇਟਾ, ਇਹਦੇ ਵਿੱਚ ਇਲੈਕਟ੍ਰੋਮੈਗਨੈਟਸ ਲੱਗੇ ਹੁੰਦੇ ਨੇ। ਜਦੋਂ ਹੀ ਆਪਾਂ ਬ੍ਰੇਕ ਅਪਲਾਈ ਕਰਦੇ ਹਾਂ, ਚਾਹੇ ਕਹ ਲਓ ਜਿਹੜੀ ਇਲੈਕਟ੍ਰੋਮੈਗਨੈਟਿਕ ਨੇ, ਇਲੈਕਟ੍ਰੋਮੈਗਨੈਟ ਕੀ ਹੋ ਜਾਂਦੇ ਨੇ, ਐਕਟੀਵੇਟਡ ਹੋ ਜਾਂਦੀਆਂ। ਜਦੋਂ ਇਲੈਕਟ੍ਰੋਮੈਗਨੈਟ ਐਕਟੀਵੇਟਡ ਹੋ ਗਿਆ ਤਾਂ ਤੁਹਾਡੇ ਕੋਲ ਕੀ ਪ੍ਰੋਡਿਊਸ ਹੋ ਜਾਊਗਾ, ਐਡੀ ਕਰੰਟ ਜਨਰੇਟ ਹੋ ਜਾਊਗਾ। ਤੇ ਐਡੀ ਕਰੰਟ ਦਾ ਕੰਮ ਕੀ ਹੁੰਦਾ, ਤੁਹਾਡਾ ਟ੍ਰੇਨ ਨੂੰ ਸਲੋ ਕਰਨਾ। ਜਦੋਂ ਬ੍ਰੇਕ ਅਪਲਾਈ ਕਰਦੇ ਆ ਡਿਊ ਟੂ ਪ੍ਰੋਡਕਸ਼ਨ ਆਫ ਐਡੀ ਕਰੰਟ, ਉਹਦੀ ਟ੍ਰੇਨ ਕੀ ਹੈ, ਸਲੋ ਹੋ ਜਾਂਦੀ ਹੈ। ਫੋਰਥ ਹੈ ਦਾ ਐਪਲੀਕੇਸ਼ਨ ਹੈ ਸਪੀਡੋਮੀਟਰ। ਸਪੀਡੋਮੀਟਰ ਬੇਟਾ ਡਿਵਾਈਸ ਹੁੰਦੀ ਹੈ ਜਿਹੜੇ ਤੁਹਾਡੇ ਬਾਈਕ ਦੀ ਸਪੀਡ ਨੂੰ ਡਿਨੋਟ ਕਰਦੇ ਆ ਨਾ, ਉਹਦਾ ਵੀ ਰੀਜ਼ਨ ਇਹੀ ਹੁੰਦਾ, ਉਹ ਸਪੀਡ ਨੂੰ ਕਿਵੇਂ ਡਿਨੋਟ ਕਰਦਾ, ਇੱਕ ਸੂਈ ਜਿਹੀ ਲੱਗੀ ਹੁੰਦੀ ਹੈ ਨਾ ਇਸ ਤਰ੍ਹਾਂ, ਉਹ ਸੂਈ ਰੋਟੇਟ ਹੁੰਦੀ ਰਹਿੰਦੀ ਹੈ, ਕਿਉਂਕਿ ਜਿੰਨੀ ਸਪੀਡ ਨਾਲ ਤੁਹਾਡੀ ਬਾਈਕ ਚੱਲੇਗੀ ਉਹਨਾਂ ਤੁਹਾਡੇ ਕੋਲ ਕਰੰਟ ਜ਼ਿਆਦਾ ਜਨਰੇਟ ਹੋਊਗਾ, ਤਾਂ ਐਡੀ ਕਰੰਟ ਵੀ ਜ਼ਿਆਦਾ ਜਨਰੇਟ ਹੋਊਗਾ, ਹਨਾ, ਜਾਂ ਕਹਿ ਲਓ ਇੰਡਿਊਸਡ ਈਐਮਐਫ ਜਨਰੇਟ ਹੋਏਗਾ। ਐਡੀ ਕਰੰਟ ਜਿੰਨਾ ਜ਼ਿਆਦਾ ਜਨਰੇਟ ਹੋਊਗਾ ਉਹਨਾਂ ਰੋਟੇਸ਼ਨ ਕੀ ਹੈ, ਉਹਨੇ ਉਹ ਕੋਇਲ ਫਾਰਮ ਚ ਰਿਡਿਊਸ ਹੋਊਗਾ, ਤਾਂ ਕਰਕੇ ਕੀ ਹੈ ਸਪੀਡੋਮੀਟਰ ਦੇ ਵਿੱਚ ਵੀ ਆਪਾਂ ਕਿਹੜਾ ਪ੍ਰਿੰਸੀਪਲ ਯੂਜ਼ ਕਰਦੇ ਆ, ਐਡੀ ਕਰੰਟ। ਫਿਫਥ ਜਿਹੜਾ ਮੈਥਡ ਹੈ ਬੇਟਾ, that is also used in ਮੈਡੀਕਲ ਪਰਪਸ। ਇਹਦੇ ਕੁਝ ਮੈਡੀਕਲ ਯੂਜ਼ਸ ਵੀ ਨੇ, ਉਹ ਕੀ ਨੇ, ਦਾ ਐਡੀ ਕਰੰਟ ਆਰ ਯੂਜ਼ਡ ਇਨ ਡਾਇਆਥਰਮੀ ਟੈਕਨੀਕ। ਜਿਹੜੀ ਟੈਕਨੀਕ ਹੈ ਡਾਇਆਥਰਮੀ ਕੀ ਟੈਕਨੀਕ ਹੁੰਦੀ ਹੈ, ਡੀਪ ਟ੍ਰੀਟਮੈਂਟ ਆਫ ਹਿਊਮਨ ਬੋਡੀ ਫॉर ਕੈਂਸਰ, ਡੀਪ ਟ੍ਰੀਟਮੈਂਟ ਆਫ ਕੈਂਸਰ ਵਰਗੀ ਜਿਹਦਾ ਆਪਾਂ ਕਹਿ ਦਿੰਦੇ ਹਾਂ ਕੋਈ ਇਸ ਤਰ੍ਹਾਂ ਦੀ ਬਿਮਾਰੀ ਲਈ ਆਪਾਂ ਕੋਈ ਡਾਇਆਥਰਮਿਕ ਟੈਕਨੀਕ ਹੈ, ਮੈਡੀਕਲ ਟਰਮ ਹੈ ਇਹ, ਉਹਦੇ ਲਈ ਆਪਾਂ ਕੀ ਯੂਜ਼ ਕਰ ਦਿੰਦੇ ਹਾਂ, ਐਡੀ ਕਰੰਟ ਯੂਜ਼ ਕਰਦੇ ਹਾਂ, ਠੀਕ ਹੈ। ਜਿੱਥੇ ਕਿਤੇ ਹੀਟਿੰਗ ਦੇਣੀ ਹੋਵੇ ਬੋਡੀ ਨੂੰ ਤਾਂ ਉੱਥੇ ਆਪਾਂ ਹਨਾ ਇਸ ਟੈਕਨੀਕ ਰਾਹੀਂ ਹੀਟਿੰਗ ਪ੍ਰੋਡਿਊਸ ਕਰ ਸਕਦੇ, ਇਹ ਬੇਟਾ ਐਡੀ ਕਰੰਟਸ, ਠੀਕ ਹੈ।